Hello students, we will continue with our lesson 6 molecular basis of inheritance. So students आज ਅਸੀਂ बहुत ही इंटरेस्टिंग टॉपिक डिस्कस करांगे about the transcription. Students ਪਹਿਲਾਂ ਤੁਸੀਂ ਸੈਂਟਰਲ ਡੌਗਮਾ ਦੇ ਵਿੱਚ ਇਹ ਕੀਤਾ ਹੀ ਹੋਇਆ ਹੈਗਾ ਟੌਪਿਕ ਕਿ ਜਿਹੜਾ DNA ਹੈਗਾ ਆ ਉਹਦੀ ਜਦੋਂ ਰੈਪਲੀਕੇਸ਼ਨ ਹੁੰਦੀ ਹੈ ਤਾਂ ਇਟ ਮੇਕਸ ਮਲਟੀਪਲ ਕਾਪੀਜ਼ ਆਪਣੀਆਂ ਡੁਪਲੀਕੇਟ ਕਾਪੀਜ਼ ਮਲਟੀਪਲ ਕਾਪੀਜ਼ ਰੈਪਲੀਕਾਸ ਬਣਾਉਂਦਾ ਹੈਗਾ ਆ ਇਹ DNA ਜਿਹੜਾ ਹੈਗਾ ਆ ਉਹਦੇ ਤੋਂ RNA ਜਿਹੜਾ ਆ ਉਹ ਬਣਦਾ that process is known as transcription ਜਿਹਦੇ ਬਾਰੇ ਅੱਜ ਅਸੀਂ ਆਪਣੇ ਲੈਕਚਰ ਵਿੱਚ ਡਿਸਕਸ ਕਰਾਂਗੇ ਐਂਡ RNA ਤੋਂ ਫਿਰ ਅੱਗੇ ਪ੍ਰੋਟੀਨਸ ਬਣਦੇ ਹੈਗੇ ਆ that process is known as translation. Now students we will today discuss about the transcription. ਹੁਣ ਸਟੂਡੈਂਟਸ DNA ਦੇ ਦੋ ਸਟ੍ਰੈਂਡਸ ਹੈਗੇ ਆ ਟੂ ਸਟ੍ਰੈਂਡਸ ਹੈ DNA ਦੇ ਪਰ ਇਹਨਾਂ ਦੋਨੋਂ ਸਟ੍ਰੈਂਡਸ ਦੇ ਵਿੱਚੋਂ ਇੱਕ ਹੀ ਜਿਹੜਾ ਸਟ੍ਰੈਂਡ ਹੈਗਾ ਆ that is transformed into RNA ਸਿਰਫ ਇੱਕ ਹੀ ਸਟ੍ਰੈਂਡ ਅੱਗੇ RNA ਦੇ ਵਿੱਚ ਟ੍ਰਾਂਸਫਾਰਮ ਹੁੰਦਾ ਆ ਉਹਦਾ ਕੀ ਰੀਜ਼ਨ ਹੈਗਾ ਆ ਕਿਉਂ ਇਹਦੇ ਦੋ ਰੀਜ਼ਨਸ ਹੈਗੇ ਆ ਸਟੂਡੈਂਟਸ ਅਸੀਂ ਡਿਸਕਸ ਕਰਾਂਗੇ ਕਿ ਜਿੱਦਾਂ ਜੇ DNA ਦੇ ਦੋ ਸਟ੍ਰੈਂਡਸ ਹੈਗੇ ਆ ਜੇ ਦੋਨੋਂ ਹੀ ਸਟ੍ਰੈਂਡਸ RNA ਦੇ ਵਿੱਚ ਸਾਈਮਲਟੇਨੀਅਸਲੀ ਇੱਕੋ ਹੀ ਸਮੇਂ ਜੇ DNA ਦੇ ਦੋਨੋਂ ਸਟ੍ਰੈਂਡਸ RNA ਦੇ ਵਿੱਚ ਬਦਲ ਗਏ ਤਾਂ ਉਹਦੇ ਨਾਲ ਕੀ ਹੋਏਗਾ ਡਬਲ ਸਟ੍ਰੈਂਡਡ RNA ਦੀ ਫਾਰਮੇਸ਼ਨ ਹੋਏਗੀ ਜੇ ਦੋਨੋਂ ਸਟ੍ਰੈਂਡਸ ਜਿੱਦਾਂ ਇਹ DNA ਦੇ ਦੋ ਸਟ੍ਰੈਂਡਸ ਹੈਗੇ ਆ ਡਬਲ ਸਟ੍ਰੈਂਡਡ DNA ਹੈਗਾ ਆ ਇੱਕੋ ਹੀ ਟਾਈਮ ਤੇ ਸਾਈਮਲਟੇਨੀਅਸਲੀ ਜਿਹੜੇ ਹੈਗੇ ਆ ਇਹ ਜਿਹੜੇ ਹੈਗੇ ਆ RNA ਦੇ ਵਿੱਚ ਬਦਲ ਗਏ ਤਾਂ ਉਹਦੇ ਨਾਲ ਕੀ ਹੈ ਇਹ RNA ਬਣਿਆ ਡਬਲ ਸਟੈਂਡਰਡ DNA ਜੇ ਸਾਈਮਲਟੇਨੀਅਸਲੀ ਇੱਕੋ ਹੀ ਸਮੇਂ RNA ਦੇ ਵਿੱਚ ਟ੍ਰਾਂਸਫਾਰਮ ਹੋ ਗਏ ਤਾਂ ਉਹਦੇ ਨਾਲ ਕੀ ਹੋਏਗਾ ਡਬਲ ਸਟੈਂਡਰਡ RNA ਦੀ ਡਬਲ ਸਟੈਂਡਰਡ RNA ਦੀ ਫਾਰਮੇਸ਼ਨ ਹੋ ਜਾਏਗੀ ਔਰ ਜਦੋਂ ਸਟੂਡੈਂਟਸ ਡਬਲ ਸਟੈਂਡਰਡ RNA ਦੀ ਫਾਰਮੇਸ਼ਨ ਹੋ ਗਈ ਤਾਂ ਉੱਥੇ ਕੀ ਹੋਏਗਾ ਉੱਥੇ ਅੱਗੇ ਟ੍ਰਾਂਸਲੇਸ਼ਨ ਪ੍ਰੋਸੈਸ ਜਿਹੜੀ ਹੈ ਉਹ ਇਨਹਿਬਿਟ ਹੋ ਜਾਂਦੀ ਹੈ ਰੁਕ ਜਾਂਦੀ ਹੈ ਸਟਾਪ ਹੋ ਜਾਂਦੀ ਹੈ ਜਦੋਂ ਵੀ ਡਬਲ ਸਟੈਂਡਰਡ DNA ਦੇ ਜੇ ਦੋਨੋਂ ਸਟ੍ਰੈਂਡਸ ਇੱਕੋ ਹੀ ਸਮੇਂ ਸਾਈਮਲਟੇਨੀਅਸਲੀ RNA ਦੇ ਵਿੱਚ ਬਦਲ ਗਏ ਤਾਂ ਉਹਦੇ ਨਾਲ ਕੀ ਹੋਇਆ ਦੋ RNA ਸਟ੍ਰੈਂਡਸ ਬਣ ਗਏ ਉਹ ਦੋਨੋਂ ਇੱਕ ਦੂਸਰੇ ਦੇ ਕੰਪਲੀਮੈਂਟਰੀ ਹੋਣਗੇ ਤਾਂ ਉਹਦੇ ਨਾਲ ਡਬਲ ਸਟੈਂਡਰਡ RNA ਦੀ ਫਾਰਮੇਸ਼ਨ ਹੋ ਜਾਏਗੀ ਔਰ ਜਿੱਥੇ ਡਬਲ ਸਟੈਂਡਰਡ RNA ਦੀ ਫਾਰਮੇਸ਼ਨ ਹੋ ਗਈ ਉੱਥੇ ਟ੍ਰਾਂਸਲੇਸ਼ਨ ਪ੍ਰੋਸੈਸ ਜਿਹੜੀ ਹੈ ਉਹ ਇਨਹਿਬਿਟ ਹੋ ਜਾਏਗੀ ਟ੍ਰਾਂਸਲੇਸ਼ਨ ਪ੍ਰੋਸੈਸ ਕੀ ਹੈਗੀ ਦਾ ਪ੍ਰੋਸੈਸ ਆਫ ਫਾਰਮੇਸ਼ਨ ਆਫ ਪ੍ਰੋਟੀਨ ਇਜ਼ ਨੋਨ ਐਜ਼ ਟ੍ਰਾਂਸਲੇਸ਼ਨ ਪ੍ਰੋਸੈਸ ਇਹ ਇੱਕ ਰੀਜ਼ਨ ਹੋ ਗਿਆ ਤੇ ਸੈਕੰਡ ਰੀਜ਼ਨ ਕੀ ਹੈਗਾ ਆ ਕਿ ਜੇ DNA ਦੇ ਦੋਨੋਂ ਸਟ੍ਰੈਂਡਸ RNA ਦੇ ਵਿੱਚ ਬਦਲ ਗਏ ਅਲੱਗ-ਅਲੱਗ ਟਾਈਮ 'ਚ ਪਹਿਲੇ ਪੁਆਇੰਟਸ ਅਸੀਂ ਡਿਸਕਸ ਕੀਤਾ ਕਿ ਜੇ ਇੱਕੋ ਹੀ ਟਾਈਮ DNA ਦੇ ਦੋਨੋਂ ਸਟ੍ਰੈਂਡਸ RNA ਵਿੱਚ ਬਦਲਦੇ ਹੈਗੇ ਆ ਤਾਂ ਡਬਲ ਸਟੈਂਡਰਡ RNA ਦੀ ਫਾਰਮੇਸ਼ਨ ਹੋ ਜਾਂਦੀ ਹੈ ਔਰ ਜਦੋਂ ਡਬਲ ਸਟੈਂਡਰਡ RNA ਬਣ ਗਿਆ ਉੱਥੇ ਟ੍ਰਾਂਸਲੇਸ਼ਨ ਪ੍ਰੋਸੈਸ ਜਿਹੜੀ ਉਹ ਇਨਹਿਬਿਟ ਹੋ ਜਾਏਗੀ ਸਟਾਪ ਹੋ ਜਾਏਗੀ ਤੇ ਸੈਕੰਡ ਰੀਜ਼ਨ ਹੈਗਾ ਆ ਕਿ ਜੇ DNA ਦੇ ਦੋਨੋਂ ਸਟ੍ਰੈਂਡਸ ਅਲੱਗ-ਅਲੱਗ ਸਮੇਂ ਦੇ ਵਿੱਚ RNA ਵਿੱਚ ਬਦਲਦੇ ਆ ਤਾਂ ਦੋ ਮੈਸੇਂਜਰ RNA ਬਣਨਗੇ ਔਰ ਦੋਨੋਂ ਹੀ ਅੱਗੇ ਟ੍ਰਾਂਸਲੇਸ਼ਨ ਜਿਹੜੀ ਹੈਗੀ ਹੈ ਪ੍ਰੋਸੈਸ ਕਰਨਗੇ ਤੇ ਉਹਦੇ ਨਾਲ ਕੀ ਹੈ ਦੋ ਤਰ੍ਹਾਂ ਦੀ ਪ੍ਰੋਟੀਨਸ ਦੀ ਫਾਰਮੇਸ਼ਨ ਹੋਏਗੀ ਹੁਣ ਸਟੂਡੈਂਟਸ ਡਬਲ ਸਟੈਂਡਰਡ DNA ਹੈ ਅਲੱਗ-ਅਲੱਗ ਸਮੇਂ ਦੇ ਵਿੱਚ ਦੋਨੋਂ ਸਟ੍ਰੈਂਡਸ ਜਿਹੜੇ ਹੈਗੇ ਉਹ ਮੈਸੇਂਜਰ RNA ਦੇ ਵਿੱਚ ਬਦਲ ਗਏ और दोनों मैसेंजर RNA ਦੇ ਵਿੱਚ ਅੱਗੇ ਕੀ ਹੋਏਗਾ ਟ੍ਰਾਂਸਲੇਸ਼ਨ ਪ੍ਰੋਸੈਸ ਹੋਏਗੀ ਤੇ ਦੋ ਤਰ੍ਹਾਂ ਦੇ ਪ੍ਰੋਟੀਨਸ ਬਣਨਗੇ P1 P2 ਔਰ ਸਟੂਡੈਂਟਸ ਇਹ ਜਿਹੜੇ ਦੋ ਤਰ੍ਹਾਂ ਦੇ ਜਿਹੜੇ ਪ੍ਰੋਟੀਨਸ ਬਣੇ ਹੈਗੇ ਆ ਤਾਂ ਇਹਦੇ ਨਾਲ ਕੀ ਹੋਏਗਾ ਦੋ ਤਰ੍ਹਾਂ ਦੇ ਪ੍ਰੋਟੀਨਸ ਜਿਹੜੇ ਬਣਨ ਦੇ ਨਾਲ ਜਿਹੜੀ ਜੈਨੇਟਿਕ ਇਨਫੋਰਮੇਸ਼ਨ ਨੂੰ ਟ੍ਰਾਂਸਫਰ ਕਰਨ ਦੀ ਜਿਹੜੀ ਮਸ਼ੀਨਰੀ ਹੈਗੀ ਆ ਉਹ ਕੰਪਲਿਕੇਟਡ ਹੋ ਜਾਏਗੀ ਜਿੱਦਾਂ ਐਗਜ਼ਾਮਪਲ ਹੈਗੀ ਆ ਕਿ ਸਾਨੂੰ ਪੰਜ ਪ੍ਰੋਟੀਨਸ ਜਿਹੜੇ ਹੈਗੇ ਆ ਉਹ ਚਾਹੀਦੇ ਹੈਗੇ ਆ ਜਿਹੜੇ ਨੈਕਸਟ ਜਨਰੇਸ਼ਨ ਵਿੱਚ ਟ੍ਰਾਂਸਫਰ ਹੋਏ ਪਰ ਜਦੋਂ ਦੋਨੋਂ ਸਟ੍ਰੈਂਡਸ DNA ਦੇ ਟ੍ਰਾਂਸਕ੍ਰਿਪਸ਼ਨ ਪ੍ਰੋਸੈਸ ਕਰਨਗੇ ਦੋ ਤਰ੍ਹਾਂ ਦੇ RNA ਬਣੇ ਦੋਨਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਟੀਨਸ ਬਣਾਏ ਤਾਂ ਕੀ ਹੋਏਗਾ 10 ਤਰ੍ਹਾਂ ਦੇ ਪ੍ਰੋਟੀਨਸ ਬਣ ਜਾਣਗੇ ਤਾਂ ਉਹਦੇ ਨਾਲ ਕੀ ਹੋਏਗਾ ਕਿ ਸਾਰੀ ਜਿਹੜੀ ਟ੍ਰਾਂਸਫਰ ਮਸ਼ੀਨਰੀ ਆ ਉਹ ਕੰਪਲਿਕੇਟਡ ਹੋ ਜਾਏਗੀ ਇਹੀ ਰੀਜ਼ਨ ਹੈਗਾ ਆ ਕਿ DNA ਦੇ ਜਿਹੜੇ ਦੋਨੋਂ ਸਟ੍ਰੈਂਡਸ ਹੈਗੇ ਉਹਨਾਂ ਵਿੱਚੋਂ ਸਿਰਫ ਇੱਕ ਹੀ ਸਟ੍ਰੈਂਡ ਜਿਹੜਾ ਹੈਗਾ ਆ ਉਹ ਟ੍ਰਾਂਸਕ੍ਰਿਪਸ਼ਨ ਕਰੇਗਾ ਤੇ ਮੈਸੇਂਜਰ RNA ਬਣਾਏਗਾ ਹੁਣ ਸਟੂਡੈਂਟਸ
ਅਸੀਂ ਡਿਸਕਸ ਕਰਦੇ ਹਾਂ ਕਿ व्हाट इज ट्रांसक्रिप्शन। ट्रांसक्रिप्शन की हैगी है स्टूडेंट्स। ट्रांसक्रिप्शन ਦਾ ਮਤਲਬ ਹੁੰਦਾ ਹੈ ਕਿ ਜਿਹੜੇ ਡੀਐਨਏ ਦੇ ਦੋ ਸਟ੍ਰੈਂਡਸ ਹੈਗੇ ਆ ਉਹਨਾਂ ਵਿੱਚੋਂ ਇੱਕ ਸਟ੍ਰੈਂਡ ਤੇ ਜਿਹੜੀ ਜੈਨੇਟਿਕ ਇਨਫੋਰਮੇਸ਼ਨ ਹੈਗੀ ਆ ਉਹ ਅੱਗੇ ਆਰਐਨਏ ਵਿੱਚ ਕਨਵਰਟ ਹੋਏਗੀ। ਡੀਐਨਏ ਦੇ ਦੋ ਸਟ੍ਰੈਂਡਸ ਵਿੱਚੋਂ ਇੱਕ ਸਟ੍ਰੈਂਡ ਤੇ ਜਿਹੜੀ ਜੈਨੇਟਿਕ ਇਨਫੋਰਮੇਸ਼ਨ ਹੈਗੀ ਹੈ ਉਹ ਆਰਐਨਏ ਵਿੱਚ ਕਨਵਰਟ ਹੋਏਗੀ। ਇਸ ਪ੍ਰੋਸੈਸ ਨੂੰ ਟ੍ਰਾਂਸਕ੍ਰਿਪਸ਼ਨ ਪ੍ਰੋਸੈਸ ਕਹਿੰਦੇ ਆ। ਹੁਣ ਸਟੂਡੈਂਟਸ ਟ੍ਰਾਂਸਕ੍ਰਿਪਸ਼ਨ ਪ੍ਰੋਸੈਸ ਪ੍ਰੋਕੈਰੀਓਟਸ ਵਿੱਚ ਕਿਵੇਂ ਹੁੰਦੀ ਹੈ, ਯੂਕੈਰੀਓਟਸ ਵਿੱਚ ਕੀ ਡਿਫਰੈਂਸ ਹੈ, ਉਹ ਕਰਨ ਤੋਂ ਪਹਿਲਾਂ ਅਸੀਂ ਟ੍ਰਾਂਸਕ੍ਰਿਪਸ਼ਨ ਯੂਨਿਟ ਜਿਹੜਾ ਹੈਗਾ ਆ ਉਹ ਡਿਸਕਸ ਕਰਦੇ ਹਾਂ। व्हाट इज ट्रांसक्रिप्शन यूनिट। ट्रांसक्रिप्शन यूनिट स्टूडेंट्स इत्थे मैं एक डायग्राम ड्रॉ करन लगी हैगी है। डीएनए डबल स्ट्रैंडेड है 3 प्राइम टू 5 प्राइम और ये वाला है 5 प्राइम टू 3 प्राइम स्ट्रैंड। ਇਹਦੇ ਤੇ सीक्वेंस है न्यूक्लियोटाइड्स ਦਾ दोनों स्ट्रैंड्स पे। दिस इज प्रोमोटर एंड इस साइड पे है टर्मिनेटर। और एक ही है स्ट्रक्चरल जीन। And this one is coding strand and this one is known as template strand। ਹੁਣ स्टूडेंट्स ट्रांसक्रिप्शन यूनिट के 3 रीजन्स होंगे हैं, प्रोमोटर रीजन, स्ट्रक्चरल जीन एंड टर्मिनेटर रीजन। ट्रांसक्रिप्शन प्रोसेसेस 3 रीजन्स, promoter region, structural gene and terminator region। ਹੁਣ स्टूडेंट्स ਇਹ डबल स्ट्रैंडेड डीएनए हैगा या ਇਹਦੇ ਤੇ न्यूक्लियोटाइड्स ਜਿਹੜੇ ਹੈਗੇ ਆ ਉਹ ਪ੍ਰੈਜ਼ੈਂਟ ਹੈਗੇ ਆ। कुछ न्यूक्लियोटाइड्स ਦੇ सीक्वेंस ਹੁੰਦੇ ਆ ਜਿਨ੍ਹਾਂ ਨੂੰ स्ट्रक्चरल जीन्स ਕਹਿੰਦੇ ਆ, ਜਿਹੜੇ ਅੱਗੇ ਜਾ ਕੇ ਕੋਡ ਕਰਨਗੇ ਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਆਰਐਨਏ ਹੈਗੀ ਉਹਦੀ ਫਾਰਮੇਸ਼ਨ ਕਰਨਗੇ और वो अगे आरएनए जाके अगे ट्रांसलेशन करेगा ते प्रोटीन दी फॉर्मेशन करेगा। ये स्टूडेंट्स डबल स्ट्रैंडेड डीएनए हैगा या ਇਹਦੇ ਤੇ न्यूक्लियोटाइड्स है और न्यूक्लियोटाइड्स ਦੇ ਕੁਝ ਸੀਕੁਐਂਸਸ ਹੁੰਦੇ ਆ ਜਿਨ੍ਹਾਂ ਨੂੰ ਸਟਰਕਚਰਲ ਜੀਨਸ ਕਹਿੰਦੇ ਹੈਗੇ ਆ, ਜਿਹੜੇ ਅੱਗੇ ਜਾ ਕੇ ਕੋਡ ਕਰਨਗੇ ਤੇ ਆਰਐਨਏ ਦੀ ਫਾਰਮੇਸ਼ਨ ਕਰਨਗੇ ਤੇ ਆਰਐਨਏ ਜਿਹੜਾ ਹੈਗਾ ਅੱਗੇ ਟ੍ਰਾਂਸਲੇਸ਼ਨ ਪ੍ਰੋਸੈਸ ਦੇ ਨਾਲ ਪ੍ਰੋਟੀਨ ਦੀ ਫਾਰਮੇਸ਼ਨ ਕਰੇਗਾ। ਹੁਣ ਪ੍ਰੋਮੋਟਰ ਕੀ ਹੈ? ਦਿਸ ਵਨ ਇਜ਼ ਪ੍ਰੋਮੋਟਰ ਰੀਜਨ। ਪ੍ਰੋਮੋਟਰ ਰੀਜਨ ਜਿਹੜਾ ਹੈਗਾ ਆ ਉਹ ਰੀਜਨ ਹੈਗਾ ਆ ਜਿੱਥੇ ਟ੍ਰਾਂਸਕ੍ਰਿਪਸ਼ਨ ਦੀ ਪ੍ਰੋਸੈਸ ਸਟਾਰਟ ਹੁੰਦੀ ਹੈ, ਜਿੱਥੇ ਅੱਗੇ ਜਾ ਕੇ, ਠੀਕ ਹੈ स्टूडेंट्स, ਪ੍ਰੋਮੋਟਰ ਰੀਜਨ ਇਜ਼ ਦੈਟ ਰੀਜਨ ਜਿੱਥੋਂ ਟ੍ਰਾਂਸਕ੍ਰਿਪਸ਼ਨ ਜਿਹੜੀ ਪ੍ਰੋਸੈਸ ਹੈ ਉਹ ਸਟਾਰਟ ਹੁੰਦੀ ਹੈ ਐਂਡ ਟਰਮੀਨੇਟਰ ਰੀਜਨ ਇਜ਼ ਦੈਟ ਰੀਜਨ ਜਿੱਥੇ ਜਾ ਕੇ ट्रांसक्रिप्शन प्रोसेस टर्मिनेट हो जाएगी। टर्मिनेट का मतलब स्टॉप हो जाएगी। ਹੁਣ स्टूडेंट्स ਇਹ कौन ਦੱਸੇਗਾ कि डबल स्टैंडर्ड आरएनए ਦੇ ਵਿੱਚ ਕਿਹੜਾ ਪ੍ਰੋਮੋਟਰ ਰੀਜਨ ਹੈਗਾ ਆ ਤੇ ਕਿਹੜਾ ਟਰਮੀਨੇਟਰ ਰੀਜਨ ਹੈਗਾ ਆ, ਉਹ ਸਾਨੂੰ ਇਹ ਕੋਡਿੰਗ ਸਟ੍ਰੈਂਡ ਦੱਸੇਗਾ। ਹੁਣ स्टूडेंट्स ਮੈਂ ਤੁਹਾਨੂੰ ਪਹਿਲਾਂ ਸਟਾਰਟਿੰਗ ਵਿੱਚ ਦੱਸਿਆ ਹੀ ਹੈਗਾ ਆ ਕਿ ਦੋਨੋਂ ਸਟ੍ਰੈਂਡਸ ਦੇ ਵਿੱਚੋਂ ਸਿਰਫ ਇੱਕ ਹੀ ਸਟ੍ਰੈਂਡ ਹੈਗਾ ਆ ਜਿਹੜਾ ਅੱਗੇ ਜਾ ਕੇ ਟ੍ਰਾਂਸਕ੍ਰਿਪਸ਼ਨ ਚ ਪਾਰਟਿਸਿਪੇਟ ਕਰੇਗਾ और वो केड़ा स्ट्रैंड हुंदा है, दैट स्ट्रैंड इज नोन एज टेम्पलेट स्ट्रैंड। ते जेड़ा दूसरा स्ट्रैंड हैगा या उन्हों कोडिंग स्ट्रैंड कहते हैं जो ट्रांसक्रिप्शन च पार्टिसिपेट नहीं कर रहा। ठीक है स्टूडेंट्स, प्रमोटर रीजन है जितों ट्रांसक्रिप्शन प्रोसेस स्टार्ट हुंदी है ते टर्मिनेटर रीजन है जिथे अगे जाके ट्रांसक्रिप्शन प्रोसेस स्टॉप हुंदी है। और ਜਿਹੜਾ ਡੀਐਨਏ ਡਬਲ ਸਟ੍ਰੈਂਡਡ ਦੇ ਵਿੱਚੋਂ ਮੈਂ ਤੁਹਾਨੂੰ ਸਟਾਰਟਿੰਗ 'ਚ ਇਹ ਦੱਸਿਆ ਸੀਗਾ ਕਿ ਸਿਰਫ ਇੱਕ ਹੀ ਸਟ੍ਰੈਂਡ ਟ੍ਰਾਂਸਕ੍ਰਿਪਸ਼ਨ ਪ੍ਰੋਸੈਸ 'ਚ ਪਾਰਟਿਸਿਪੇਟ ਕਰਦਾ ਔਰ ਜਿਹੜਾ ਸਟ੍ਰੈਂਡ ਪਾਰਟਿਸਿਪੇਸ਼ਨ ਕਰਦਾ ਆ
ट्रांसक्रिप्शन प्रोसैस ਨੂੰ ਟੈਂਪਲੇਟ ਸਟ੍ਰੈਂਡ ਕਹਿੰਦੇ ਆ ਤੇ ਜਿਹੜਾ ਦੂਸਰਾ ਸਟ੍ਰੈਂਡ ਹੁੰਦਾ ਆ ਜਿਹੜਾ ਟਰਾਂਸਕ੍ਰਿਪਸ਼ਨ ਪ੍ਰੋਸੈਸ 'ਚ ਪਾਰਟਿਸਿਪੇਟ ਨਹੀਂ ਕਰਦਾ ਉਹਨੂੰ ਕੋਡਿੰਗ ਸਟ੍ਰੈਂਡ ਕਹਿੰਦੇ ਹੈਗੇ। ਹੁਣ ਸਟੂਡੈਂਟਸ ਜਿਹੜਾ ਕੋਡਿੰਗ ਸਟ੍ਰੈਂਡ ਹੈਗਾ ਆ ਜਿਹੜਾ ਟਰਾਂਸਕ੍ਰਿਪਸ਼ਨ ਪ੍ਰੋਸੈਸ 'ਚ ਪਾਰਟਿਸਿਪੇਟ ਨਹੀਂ ਕਰਦਾ ਉਹਦਾ ਕੋਈ ਨਾ ਕੋਈ ਤਾਂ ਫੰਕਸ਼ਨ ਹੋਵੇਗਾ ਔਰ ਉਹ ਕੀ ਫੰਕਸ਼ਨ ਹੋਵੇਗਾ ਉਹ ਸਾਨੂੰ ਇਸ ਦੀ ਪੋਲੈਰਿਟੀ ਦੇ ਹਿਸਾਬ ਦੇ ਨਾਲ ਸਾਨੂੰ ਇਹਦਾ ਪਤਾ ਲੱਗਦਾ ਹੈਗਾ ਆ ਕਿ ਪ੍ਰੋਮੋਟਰ ਰੀਜਨ ਕਿੱਥੇ ਹੈਗਾ ਆ। ਕੋਡਿੰਗ ਸਟ੍ਰੈਂਡ ਦੀ ਪੋਲੈਰਿਟੀ ਦੇ ਹਿਸਾਬ ਦੇ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਪ੍ਰੋਮੋਟਰ ਰੀਜਨ ਕਿੱਥੇ ਪ੍ਰੈਜ਼ੈਂਟ ਹੈਗਾ ਆ ਤੇ ਟਰਮੀਨੇਟਰ ਰੀਜਨ ਕਿੱਥੇ ਹੈਗਾ ਆ। ਜਿੱਥੇ ਕੋਡਿੰਗ ਸਟ੍ਰੈਂਡ ਦਾ 5 ਪ੍ਰਾਈਮ ਐਂਡ ਹੋਏਗਾ ਜਿੱਥੇ ਕੋਡਿੰਗ ਸਟ੍ਰੈਂਡ ਦਾ 5 ਪ੍ਰਾਈਮ ਐਂਡ ਹੋਏਗਾ ਉਸ ਨੂੰ ਅਪਸਟ੍ਰੀਮ ਐਂਡ ਕਿਹਾ ਜਾਂਦਾ ਆ ਐਂਡ ਜਿੱਥੇ ਕੋਡਿੰਗ ਸਟ੍ਰੈਂਡ ਦਾ 3 ਪ੍ਰਾਈਮ ਐਂਡ ਹੋਏਗਾ ਉਹਨੂੰ ਡਾਊਨਸਟ੍ਰੀਮ ਐਂਡ ਕਿਹਾ ਜਾਂਦਾ ਹੈ। The 5 prime end of coding strand ਇਹ coding strand ਹੈ। coding strand ਦੇ 5 prime end ਨੂੰ upstream end ਕਹਿੰਦੇ ਆ ਔਰ coding strand ਦੇ 3 prime end ਨੂੰ downstream end ਕਹਿੰਦੇ ਹੈਗੇ ਆ। ਹੁਣ coding strand ਦਾ ਜਿਹੜਾ upstream end ਹੈਗਾ ਆ ਯਾਨੀ ਕਿ ਲੈਫਟ ਸਾਈਡ ਤੇ ਦੀ ਤਰਫ ਜਿਹੜਾ 5 prime end ਦੀ ਤਰਫ ਤੇ ਜਿਹੜਾ ਪ੍ਰੋਮੋਟਰ ਰੀਜਨ ਹੈਗਾ ਆ ਐਂਡ ਕੋਡਿੰਗ ਸਟ੍ਰੈਂਡ ਦਾ ਡਾਊਨਸਟ੍ਰੀਮ ਮਤਲਬ ਜਿਹੜਾ 3 ਪ੍ਰਾਈਮ ਐਂਡ ਦੀ ਤਰਫ ਤੇ ਟਰਮੀਨੇਟਰ ਰੀਜਨ ਹੁੰਦਾ ਹੈ। ਠੀਕ ਹੈ ਸਟੂਡੈਂਟ 5 ਪ੍ਰਾਈਮ ਐਂਡ ਦੀ ਤਰਫ ਅਪਸਟ੍ਰੀਮ ਐਂਡ 3 ਪ੍ਰਾਈਮ ਐਂਡ ਦੀ ਤਰਫ ਕੋਡਿੰਗ ਸਟ੍ਰੈਂਡ ਦੇ 3 ਪ੍ਰਾਈਮ ਐਂਡ ਦੀ ਤਰਫ ਡਾਊਨਸਟ੍ਰੀਮ ਐਂਡ ਹੁੰਦਾ ਹੈ। ਸੋ ਡੀਐਨਏ ਦੇ ਦੋਨੋਂ ਸਟ੍ਰੈਂਡਸ ਇੱਕ ਹੀ ਟ੍ਰਾਂਸਕ੍ਰਿਪਸ਼ਨ ਪ੍ਰੋਸੈਸ 'ਚ ਪਾਰਟਿਸਿਪੇਟ ਕਰੇਗਾ ਤੇ ਉਹ ਕਿਹੜਾ ਸਟ੍ਰੈਂਡ ਹੈਗਾ ਆ ਟੈਂਪਲੇਟ ਸਟ੍ਰੈਂਡ ਹੈਗਾ ਆ ਜਿਹੜਾ ਅੱਗੇ ट्रांसक्रिप्शन प्रोसैस दे विच पार्टिसिपेट करेगा। हुण स्टूडेंट्स टैंपलेट स्ट्रैंड दी पोलैरिटी की हैगी है ये टैंपलेट स्ट्रैंड है। टैंपलेट स्ट्रैंड दी पोलैरिटी की है 3 प्राइम टू 5 प्राइम ये टैंपलेट स्ट्रैंड दी पोलैरिटी हैगी है फ्रॉम 3 प्राइम टू 5 प्राइम। सो ट्रांसक्रिप्शन दा प्रोसैस जिहड़ा है क्योंकि दोनों स्ट्रैंड्स एंटी पैरेलल हैगे हैं ਤੇ ਟ੍ਰਾਂਸਕ੍ਰਿਪਸ਼ਨ ਦਾ ਜਿਹੜਾ ਪ੍ਰੋਸੈਸ ਹੈਗਾ ਆ ਉਹ ਕਿੱਥੋਂ ਚੱਲੇਗਾ ਉਹ 5 ਪ੍ਰਾਈਮ ਤੋਂ 3 ਪ੍ਰਾਈਮ ਦੀ ਡਾਇਰੈਕਸ਼ਨ ਦੇ ਵਿੱਚ ਚੱਲੇਗਾ। ਟੈਂਪਲੇਟ ਸਟ੍ਰੈਂਡ ਦੀ ਪੋਲੈਰਿਟੀ ਹੈਗੀ ਹੈ 3 ਪ੍ਰਾਈਮ ਤੋਂ 5 ਪ੍ਰਾਈਮ ਟੈਂਪਲੇਟ ਸਟ੍ਰੈਂਡ ਦੀ ਪੋਲੈਰਿਟੀ ਕੀ ਹੈ 3 ਪ੍ਰਾਈਮ ਤੋਂ 5 ਪ੍ਰਾਈਮ ਤੇ ਜਿਹੜਾ ਟ੍ਰਾਂਸਕ੍ਰਿਪਸ਼ਨ ਪ੍ਰੋਸੈਸ ਹੈਗਾ ਆ ਉਹ ਕਿੱਥੋਂ ਚੱਲੇਗਾ ਉਹ 5 ਪ੍ਰਾਈਮ ਤੋਂ 3 ਪ੍ਰਾਈਮ ਦੀ ਡਾਇਰੈਕਸ਼ਨ ਦੇ ਵਿੱਚ ਚੱਲੇਗਾ। और किहड़े एंजाइम्स हैगे आ रिस्पॉन्सिबल हैगे आ इहदे लई ਉਹ एंजाइम हैगा आ आरएनए पॉलीमरेज। आरएनए पॉलीमरेज एंजाइम इज रिस्पॉन्सिबल। हुण ਜਿਹੜਾ आरएनए पॉलीमरेज एंजाइम हैगा आ इनू डीएनए डिपेंडेंट आरएनए पॉलीमरेज भी कहते हैं। आरएनए पॉलीमरेज एंजाइम इज आल्सो नोन एज डीएनए डिपेंडेंट आरएनए पॉलीमरेज। आरएनए पॉलीमरेज एंजाइम इज आल्सो नोन एज डीएनए डिपेंडेंट आरएनए पॉलीमरेज। क्यों कहते हैं क्योंकि डीएनए ਦੇ ਦੋ ਸਟ੍ਰੈਂਡਸ ਹੈਗੇ ਆ ਉਹਨਾਂ ਵਿੱਚੋਂ ਇੱਕ ਹੀ ਸਟ੍ਰੈਂਡ ਹੈਗਾ ਜਿਹੜਾ ਟ੍ਰਾਂਸਕ੍ਰਿਪਸ਼ਨ ਕਰੇਗਾ ਔਰ ਉਹ ਕਿਹੜਾ ਸਟ੍ਰੈਂਡ ਹੈਗਾ ਆ ਠੀਕ ਹੈ ਇਹ ਆਰਐਨਏ ਪੋਲੀਮਰੇਜ਼ ਜਿਹੜਾ ਐਂਜ਼ਾਈਮ ਹੈ ਉਹਨੂੰ ਪਤਾ ਕਰਨਾ ਪਏਗਾ ਉਸ ਲਈ ਉਹ ਡੀਐਨਏ ਤੇ ਡਿਪੈਂਡ ਹੈਗਾ ਆ ਇਸ ਕਰਕੇ ਇਸ ਨੂੰ ਡੀਐਨਏ ਡਿਪੈਂਡੈਂਟ ਆਰਐਨਏ ਪੋਲੀਮਰੇਜ਼ ਐਂਜ਼ਾਈਮ ਕਹਿੰਦੇ ਆ। ਠੀਕ ਹੈ ਸਟੂਡੈਂਟਸ ਆਰਐਨਏ ਪੋਲੀਮਰੇਜ਼ ਐਂਜ਼ਾਈਮ ਨੂੰ ਡੀਐਨਏ ਡਿਪੈਂਡੈਂਟ ਆਰਐਨਏ ਪੋਲੀਮਰੇਜ਼ ਐਂਜ਼ਾਈਮ ਕਹਿੰਦੇ ਆ क्योंकि डीएनए के दो स्ट्रैंड्स दे विचों सिर्फ एक ही स्ट्रैंड अगे ट्रांसक्रिप्शन करेगा और वो केड़ा स्ट्रैंड हैगा वो पता करना पेगा। वो कौन पता करता है आरएनए पॉलीमरेज एंजाइम। इस करके इस एंजाइम को डीएनए डिपेंडेंट आरएनए पॉलीमरेज एंजाइम कहते हैं। और ये जिहड़ा एंजाइम है इस डायरेक्शन दे विच काम करता है 5 प्राइम टू 3 प्राइम की डायरेक्शन दे विच काम करता है। ਤੇ ਇਹ ਡੀਐਨਏ ਦੇ ਜਿਹੜੇ ਟੈਂਪਲੇਟ ਸਟ੍ਰੈਂਡ ਹੈਗਾ ਆ ਜਿਹਦੀ ਪੋਲੈਰਿਟੀ ਆ 3 ਪ੍ਰਾਈਮ ਟੂ 5 ਪ੍ਰਾਈਮ ਡਾਇਰੈਕਸ਼ਨ ਹੈਗਾ ਆ ਤੇ ਆਰਐਨਏ ਦੀ ਫਾਰਮ ਦੇ ਵਿੱਚ ਠੀਕ ਹੈ ਜਿਹੜਾ ਇਹ ਟੈਂਪਲੇਟ ਸਟ੍ਰੈਂਡ ਹੈਗਾ ਆ ਉਹਦੀ ਪੋਲੈਰਿਟੀ ਕੀ ਆ 3 ਪ੍ਰਾਈਮ ਟੂ 5 ਪ੍ਰਾਈਮ
और आरएनए पॉलीमरेज एंजाइम ਜਿਹੜਾ ਆ ਉਹਨੂੰ ਆਰਐਨਏ ਦੇ ਵਿੱਚ ਜਦੋਂ ਕਨਵਰਟ ਕਰੇਗਾ ਤਾਂ ਉਹ ਕਿਹੜੀ ਡਾਇਰੈਕਸ਼ਨ ਦੇ ਵਿੱਚ ਕਰੇਗਾ 5 ਪ੍ਰਾਈਮ ਤੋਂ 3 ਪ੍ਰਾਈਮ ਦੀ ਡਾਇਰੈਕਸ਼ਨ ਦੇ ਵਿੱਚ ਉਹਨੂੰ ਕਨਵਰਟ ਕਰ ਦੇਗਾ। ਹੁਣ ਸਟੂਡੈਂਟਸ ਦੋ ਟਰਮਸ ਹੋਰ ਆਉਂਦੀਆਂ ਹੈਗੀਆਂ ਮੋਨੋਸਿਸਟਰੋਨਿਕ ਐਂਡ ਪੋਲੀਸਿਸਟਰੋਨਿਕ। मोनोसिस्ट्रॉनिक एंड पॉलीसिस्ट्रॉनिक। हम स्टूडेंट्स जिवें डीएनए हैगा या ਇਹਦੇ ਤੇ ਨਿਊਕਲੀਓਟਾइड्स ਦੇ सीक्वेंस ਹੈਗੇ हैं, ठीक है, और ये ਜਿਹੜੇ ਹੈਗੇ ਆ इज रिस्पोंसिबल फॉर द फॉर्मेशन ऑफ ਜਿਹੜੇ ਨਿਊਕਲੀਓਟਾइड ਦੇ सीक्वेंस ਹੈਗੇ नोन एज जीन। जे एक ही तरह की प्रोटीन की फॉर्मेशन करनगे रिस्पोंसिबल फॉर द फॉर्मेशन ऑफ ओनली वन प्रोटीन ता उन्होंने असीं की कहांगे मोनोसिस्ट्रोनिक। ते जे कोई अजिहा सीक्वेंस हैगा या जेड़ा एक तो ज्यादा कोई अजिहा सीक्वेंस हैगा या जेड़ा एक तो ज्यादा प्रोटीन्स की फॉर्मेशन करेगा तो उस सीक्वेंस नूं की कहते हैं पॉलीसिस्ट्रोनिक। ओके स्टूडेंट्स, डीएनए ते जेडे जीन्स प्रेजेंट हैगे आ जे वो सिर्फ एक ही तरह की प्रोटीन की फॉर्मेशन करनगे देन दैट इज नोन एज मोनोसिस्ट्रोनिक एंड मोनोसिस्ट्रोनिक डीएनए इज फाउंड इन यूकैरियोट्स, ठीक है। और पॉलीसिस्ट्रोनिक की हुंदा हैगा या कि कोई अजिहा सीक्वेंस जेड़ा एक तो ज्यादा प्रोटीन की फॉर्मेशन करेगा तो उन्होंने पॉलीसिस्ट्रोनिक कहते हैं एंड पॉलीसिस्ट्रोनिक जेडे हैगे डीएनए दैट इज फाउंड इन प्रोकैरियोट्स। स्टूडेंट्स इनू याद करने का सिंपल तरीका या पी तो पॉली पी तो प्रोकैरियोट्स कि पॉलीसिस्ट्रोनिक जेडे हैगे डीएनए दैट इज फाउंड इन प्रोकैरियोट्स ते मोनोसिस्ट्रोनिक जेडे हैगे आ दैट इज फाउंड इन यूकैरियोट्स। हुण स्टूडेंट्स असी डिस्कस करांगे ट्रांसक्रिप्शन प्रोसेस इन प्रोकैरियोट्स। ट्रांसक्रिप्शन इन प्रोकैरियोट्स पहला असी प्रोकैरियोट्स डिस्कस करांगे देन वी विल डिस्कस इन यूकैरियोट्स। हुण स्टूडेंट्स प्रोकैरियोट्स की है बैक्टीरिया दे आर प्रोकैरियोट्स। हुण जिवें मैं इत्थे स्ट्रैंड ड्रॉ कर रही हूं दिस इज 3 प्राइम टू 5 प्राइम और ये हैगा या 5 प्राइम टू 3 प्राइम, ठीक है। इत्थे प्रोमोटर रीजन हैगा या प्रेजेंट हैगा या सो स्टूडेंट्स जेड़ा 3 प्राइम टू 5 प्राइम है असी पहला डिस्कस कर चुके हैं वो केड़ा स्ट्रैंड है दैट इज टेम्पलेट स्ट्रैंड जिन्हें ट्रांसक्रिप्शन प्रोसेस दे विच टेक दैट इज पार्ट इन ट्रांसक्रिप्शन। हुण टेम्पलेट स्ट्रैंड जेड़ा हैगा या जिहदी पोलैरिटी 3 प्राइम टू 5 प्राइम हैगी आ उन्होंने असी आसानी दे नाल 5 प्राइम उन्होंने 5 प्राइम टू 3 प्राइम दे विच कन्वर्ट कर सकते हैं क्योंकि जिहड़े न्यूक्लियोटाइड्स हैगी आ उन्हां दी एडिशन जिहड़ी आ वो 3 प्राइम एंड दी तरफ होएगी और वो ऑन करवाएगा आरएनए पॉलीमरेज एंजाइम। स्टूडेंट्स इत्थे आरएनए पॉलीमरेज एंजाइम है और एक हुंदा है सिग्मा फैक्टर। सिग्मा फैक्टर का की काम हैगा या सिग्मा फैक्टर आरएनए पॉलीमरेज एंजाइम नु प्रमोटर रीजन दे नाल बाइंड करवाउंदा है, ठीक है। आरएनए पॉलीमरेज एंजाइम है और सिग्मा फैक्टर है। सिग्मा फैक्टर का काम की है वो आरएनए पॉलीमरेज एंजाइम नु प्रमोटर रीजन दे नाल बाइंड करवाएगा, ठीक है। इत्थे आरएनए पॉलीमरेज है ये सिग्मा फैक्टर है ये जाके प्रमोटर रीजन दे नाल बाइंड हो गए। ये फर्स्ट स्टेप हुंदा है जिस स्टेप नूं की कहते हैं बाइंडिंग एंड इनिशिएशन। आरएनए पॉलीमरेज जेड़ा एंजाइम है वो प्रमोटर रीजन दे नाल जाके बाइंड हो गया एंड इनिशिएशन ट्रांसक्रिप्शन प्रोसेस जेड़ी है इनिशिएट हो गई, जेड़ी हैगी वो शुरू हो गई प्रोसेस, ठीक है।
और स्टूडेंट जेडे सीक्वेंस टैंपलेट स्ट्रैंड के होणगे उन्हां दे कॉम्प्लीमेंटरी आरएनए दे विच आई जाणगे। ठीक है, डीएनए दे विच की हुंदा थाइमिन प्रेजेंट हुंदा है ते जदों आरएनए दी फॉर्मेशन होएगी ते यूरासिल आ जाएगा। सेकंड जिहड़ा स्टेप हैगा या दैट इज इलोंगेशन। किवें होएगा कि हुण इत्थे आरएनए दी फॉर्मेशन हो रही है फ्रॉम 5 प्राइम टू 3 प्राइम एंड ते इत्थे न्यूक्लियोटाइड्स जिहड़े आ प्रेजेंट हैगी आ ओ 3 प्राइम एंड तो एडिशन उन्हां दी हुंदी जाएगी क्योंकि 3 प्राइम एंड ते हाइड्रोक्सिल ग्रुप हैगा या ते जिहड़े राइबोन्यूक्लियोटाइड्स है बट राइबोन्यूक्लियोटाइड्स राइबो शुगर फॉस्फेट और नाइट्रोजीनियस बेसिस जिहड़े आ आपस दे विच मिलके की बनाउंदे आ न्यूक्लियोटाइड बनाउंदे आ। ठीक है, ते स्टूडेंट इत्थों न्यूक्लियोटाइड्स दी एडिशन 3 प्राइम एंड तो होई जाएगी। जेड़ा इत्थे सीक्वेंस होएगा न्यूक्लियोटाइड्स दा ओदे कॉम्प्लीमेंटरी ही इत्थे जेड़े हैगे आ न्यूक्लियोटाइड्स जेड़े ओदे कॉम्प्लीमेंटरी ही आणगे। जे इत्थे सीक्वेंस टेम्पलेट स्ट्रैंड ते ए हैगा या तो ओदे कॉम्प्लीमेंटरी की आएगा इत्थे आरएनए दी फॉर्मेशन हो रही है यूरासिल, इत्थे गुआनिन हैगा जी है तो ओदे कॉम्प्लीमेंटरी की आएगा सी आएगा। सो स्टूडेंट्स स्टेप सेकंड की है इलोंगेशन क्योंकि आरएनए पॉलीमरेज जेड़ा हैगा या और न्यूक्लियोटाइड्स नु 3 प्राइम एंड दे विच हाइड्रोक्सिल ग्रुप है उतो न्यूक्लियोटाइड्स दी एडिशन जड़ी हैगी है वो करवाएगा। आरएनए पॉलीमरेज 3 प्राइम एंड वाल न्यूक्लियोटाइड्स नु ऐड करदा जाएगा। एग्रो न्यूक्लियोटाइड्स ऐड हुंदे गए ते एदी आरएनए दी जड़ी हैगी वो इलोंगेशन हुंदी गई। ठीक है स्टूडेंट्स, एंड थर्ड स्टेप की हैगा या थर्ड स्टेप इज टर्मिनेशन। फाइनली की होएगा कि इत्थे टर्मिनेटर रीजन प्रेजेंट हैगा या टर्मिनेटर रीजन आरएनए पॉलीमरेज ने इधर नु मूव करना या ते डीएनए डबल हेलिक्स नु अनवाइंड करदे जाना हैगा या ते इधरों आरएनए दी फॉर्मेशन होई जाएगी, लॉन्गेट होई जाएगी चेन आरएनए दी ते जदों ये आरएनए पॉलीमरेज टर्मिनेटर रीजन ते पहुंचेगा तो की होएगा कि ये ट्रांसक्रिप्शन प्रोसेस जड़ी हैगी है वो टर्मिनेट हो जाएगी, वो स्टॉप हो जाएगी। ठीक है स्टूडेंट, हुण स्टूडेंट्स जिवें सिग्मा फैक्टर डिस्कस किया सीगा कि सिग्मा फैक्टर आरएनए पॉलीमरेज नु प्रमोटर रीजन नाल बाइंड करवाउंदा है ते जेड़ा सिग्मा फैक्टर हैगा या उन्हें की किया प्रोसेस नु स्टार्ट किया इसलिए इनू इनिशिएशन फैक्टर भी कहते हैं कि इन्हें ट्रांसक्रिप्शन प्रोसेस नु स्टार्ट किया। इसी तरह ही एक फैक्टर हुंदा है उन्हें रो फैक्टर कहते हैं। रो फैक्टर स्टूडेंट्स रो फैक्टर भी इसी तरह ही प्रेजेंट हुंदा है जेड़ा इस ट्रांसक्रिप्शन प्रोसेस नु टर्मिनेट करवा दिंदा है। जे रो फैक्टर जेड़ा है टर्मिनेटर रीजन तो पहला आरएनए पॉलीमरेज दे कंटैक्ट च आ जाता है तो प्रोसेस उत्थे ही टर्मिनेट हो जाती हैगी है और इस प्रोसेस नु रो डिपेंडेंट टर्मिनेशन कहते हैं। हुण रो फैक्टर प्रेजेंट हैगा या रो फैक्टर जेड़ा है ये टर्मिनेटर रीजन है। रो फैक्टर जेड़ा हैगा या जे टर्मिनेटर रीजन तो पहला ही आरएनए पॉलीमरेज दे कांटेक्ट दे विच आ गया, आरएनए पॉलीमरेज दे कांटेक्ट विच रो फैक्टर आ गया टर्मिनेटर रीजन तो पहला ही तो उत्थे ही जिहड़ी ट्रांसक्रिप्शन प्रोसेस हैगी वो स्टॉप हो जाएगी। इस करके इस प्रोसेस नु रो डिपेंडेंट टर्मिनेशन कहते हैं। ठीक है स्टूडेंट, सिग्मा फैक्टर ने स्टार्ट की प्रोसेस आरएनए पॉलीमरेज दे नाल बाइंड होके उन्हों इनिशिएटर प्रोसेस कहते हैं ते जिहड़ा रो फैक्टर हुंदा है उन्हों टर्मिनेटर फैक्टर कहते हैं। वैसे ही हैगा या कि जिथे टर्मिनेटर रीजन आ गया उत्थे जाके ट्रांसक्रिप्शन प्रोसेस जिहड़ी हैगी है वो स्टॉप हो जाएगी। हुण जे रो फैक्टर टर्मिनेटर रीजन तो पहला ही आरएनए पॉलीमरेज के कांटेक्ट विच आ गया तो उन्हें उत्थे ही ट्रांसक्रिप्शन प्रोसेस स्टॉप हो जाएगी। इनू रो डिपेंडेंट टर्मिनेशन कहते हैं। हुण जे रो फैक्टर आया ही नहीं, ठीक है, और आरएनए पॉलीमरेज टर्मिनेटर रीजन के कांटेक्ट तक पहुंच गया तो उत्थे रो फैक्टर का कोई रोल नहीं है क्योंकि रो फैक्टर आया ही नहीं, आरएनए पॉलीमरेज टर्मिनेटर रीजन तक पहुंच गया तो उत्थे प्रोसेस स्टॉप हो गई। इनू रो इंडिपेंडेंट टर्मिनेशन कहते हैं।
ਹੁਣ ਸਟੂडेंट्स पूरा RNA बन गया ਕਿਹੜੀ डायरेक्शन ਵਿੱਚ 5 ਪ੍ਰਾਈਮ टू 3 ਪ੍ਰਾਈਮ ਦੀ डायरेक्शन ਦੇ ਵਿੱਚ ਹੋ ਗਿਆ। ਹਮੇਸ਼ਾ RNA ਦੀ ਫਾਰਮੇਸ਼ਨ ਜਿਹੜੀ ਉਹ 5 ਪ੍ਰਾਈਮ टू 3 ਪ੍ਰਾਈਮ ਦੀ डायरेक्शन ਦੇ ਵਿੱਚ ਹੀ ਹੋਏਗੀ। ਇਹ ਤਾਂ ਸੀ ਸਟੂडेंट्स ਪ੍ਰੋਕੈਰੀਓਟਸ ਵਿੱਚ ਕਿਵੇਂ ਟ੍ਰਾਂਸਕ੍ਰਿਪਸ਼ਨ ਹੁੰਦੀ ਹੈ। ਹੁਣ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਜਿਹੜੇ ਪ੍ਰੋਕੈਰੀਓਟਸ ਹੈ ਉਹਨਾਂ ਵਿੱਚ ਵੈਲ ਡਿਫਾਈਨਡ ਨਿਊਕਲੀਅਸ ਨਹੀਂ ਹੁੰਦਾ। ਵੈਲ ਡਿਫਾਈਨਡ ਨਿਊਕਲੀਅਸ ਇਜ਼ ਐਬਸੈਂਟ ਇਨ ਪ੍ਰੋਕੈਰੀਓਟਸ। So transcription process कित्थे हो रही है? Transcription process is taking place in the cytoplasm ਦੇ ਵਿੱਚ ਹੋ ਰਹੀ ਹੈ, ठीक है। और RNA ਦੀ formation ਹੋ ਰਹੀ ਹੈ, ਚਾਹੇ messenger RNA ਬਣ ਰਿਹਾ ਹੈ, ਚਾਹੇ ribosomal RNA ਬਣ ਰਿਹਾ ਹੈ ਜਾਂ transfer RNA ਬਣ ਰਿਹਾ ਹੈਗਾ ਜਾਂ ਸਿਰਫ ਇੱਕ ਹੀ enzyme responsible ਹੈਗਾ ਜਾਂ ਉਹ enzyme ਕਿਹੜਾ ਹੈਗਾ ਜਾਂ RNA polymerase enzyme is responsible for the transcription process in prokaryotes। ਤੇ ਤੀਸਰਾ ਹੈਗਾ ਆ, ਇਹ ਮੈਂ ਤੁਹਾਨੂੰ ਪੁਆਇੰਟਸ ਤਾਂ ਦੱਸ ਰਹੀ ਹਾਂ ਕਿਉਂਕਿ ਜਦੋਂ ਡਿਫਰੈਂਸ ਕਰਾਂਗੇ ਪ੍ਰੋਕੈਰੀਓਟਿਕ ਟ੍ਰਾਂਸਕ੍ਰਿਪਸ਼ਨ ਤੇ ਯੂਕੈਰੀਓਟਿਕ ਉਤੋਂ ਤੁਹਾਨੂੰ ਕਲੀਅਰ ਹੋ ਜਾਏਗਾ। ਫਰਸਟ ਹੈਗਾ ਆ ਕਿ ਟ੍ਰਾਂਸਕ੍ਰਿਪਸ਼ਨ ਪ੍ਰੋਸੈਸ ਇਨ ਪ੍ਰੋਕੈਰੀਓਟਸ ਕਿੱਥੇ ਹੋ ਰਹੀ ਹੈ? ਸਾਈਟੋਪਲਾਜ਼ਮ ਦੇ ਵਿੱਚ ਹੋ ਰਹੀ ਹੈ। ਸੈਕੰਡ ਕੀ ਹੈਗਾ ਆ, ਸਿਰਫ ਇੱਕ ਹੀ ਐਂਜ਼ਾਈਮ ਰਿਸਪੌਂਸਿਬਲ ਹੈਗਾ ਆ, ਉਹ ਕਿਹੜਾ ਹੈਗਾ? ਆਰਐਨਏ ਪੋਲੀਮਰੇਜ਼। ਤੇ ਥਰਡ ਪੁਆਇੰਟ ਕੀ ਹੈਗਾ ਆ ਕਿ ਪੋਸਟ ਟ੍ਰਾਂਸਕ੍ਰਿਪਸ਼ਨਲ ਜਿਹੜੀ थर्ड हैगा या कि ट्रांसक्रिप्शन हजे पूरी तरह खत्म भी नहीं हो पाती, नाल दी नाल ही जिहड़ी प्रोटीन सिंथेसिस दी प्रोसैस हैगी है वो शुरू हो जाती है। ट्रांसक्रिप्शन हजे पूरी तरह खत्म भी नहीं हुई, नाल दी नाल ट्रांसलेशन प्रोसैस जिहड़ी है वो शुरू हो जाती है। मीनस प्रोकैरियोट्स दे विच की हुंदा? ट्रांसक्रिप्शन एंड ट्रांसलेशन अकर्स साइमल्टेनियसली, यानी कि दोनों प्रोसैसिस जिहड़ियां ट्रांसक्रिप्शन प्रोसैस जिस प्रोसैस नाल डीएनए तो आरएनए बनता है ते ट्रांसलेशन प्रोसैस जिस प्रोसैस नाल आरएनए तो प्रोटीन्स बनते हैं, वो दोनों की है साइमल्टेनियसली इको ही समय जिहड़ी हैगी वो स्टार्ट हो जांदियां हैं। दोनों प्रोसैसेस नाल दी नाल चलदियां रहिंदियां इन प्रोकैरियोट्स। ते फोर्थ की हैगा या पॉइंट कि जिहड़ा आरएनए बनिया ट्रांसक्रिप्शन प्रोसैस दे नाल डायरैक्टली जिहड़ा आरएनए बनिया वो डायरैक्टली ट्रांसलेशन प्रोसैस च एंट्री लै लैंदा है। मीनस नो पोस्ट ट्रांसक्रिप्शनल मॉडिफिकेशंस अकर। जिहड़ा आरएनए बनिया उहदे विच कोई मॉडिफिकेशंस नहीं होंदियां, कोई चेंजेस नहीं होंदियां, वो सीधा ही ट्रांसलेशन प्रोसैस दे विच दैट टेक्स पार्ट, ठीक है। कोई पोस्ट ट्रांसक्रिप्शनल मॉडिफिकेशंस नहीं होंदियां, डायरैक्टली वही आरएनए ट्रांसलेशन प्रोसैस च पार्टिसिपेट कर लेंदा यार। ये सारे ये 4 पॉइंट्स जिहड़े प्रोकैरियोटिक ट्रांसक्रिप्शन च है, इन्हां तो उल्ट यूकैरियोटिक ट्रांसक्रिप्शन दे विच इस तो उल्ट हुंदा है। हुण स्टूडेंट्स असीं ट्रांसक्रिप्शन डिस्कस करदे आ इन यूकैरियोट्स। यूकैरियोट्स दे विच किवें हुंदी है ट्रांसक्रिप्शन? ट्रांसक्रिप्शन इन यूकैरियोट्स। स्टूडेंट्स यूकैरियोट्स दे विच की हुंदा है? जिद्दां यूकैरियोटिक सैल है ਉਹਦੇ ਵਿੱਚ ਵੈਲ ਡਿਫਾਈਨਡ ਨਿਊਕਲੀਅਸ ਹੁੰਦਾ ਹੈ, ਡਬਲ ਲੇਅਰ ਨਿਊਕਲੀਅਰ ਮੈਂਬਰੇਨ ਹੈ, ਠੀਕ ਹੈ। एंडोप्लाज्मिक रेटिकुलम प्रेजेंट है, ठीक है। एक ही है स्मूथ एंडोप्लाज्मिक रेटिकुलम जिहदे ते राइबोसोम्स नहीं लगे हुए हैं, और एक ही हैगा या जिस एंडोप्लाज्मिक रेटिकुलम हैविंग राइबोसोम्स है इहदे ते एक ही है रफ एंडोप्लाज्मिक रेटिकुलम एंड ए न्यूक्लियस है, न्यूक्लियर मेम्ब्रेन है डबल लेयर, और ਇਹਦੇ ਵਿੱਚ ਕੀ ਪ੍ਰੈਜ਼ੈਂਟ ਹੈਗਾ ਯਾਰ डीएनए इज प्रेजेंट इन द न्यूक्लियस। ਇਹ यूकैरियोट्स ਦੇ ਵਿੱਚ ਹੁੰਦਾ ਆ। ਹੁਣ ਰਾਈਬੋਸੋਮਸ ਜਿਹੜੇ ਆ ਦੇ ਆਰ ਪ੍ਰੈਜ਼ੈਂਟ ਔਨ ਦ ਰਫ एंडोप्लाज्मिक रेटिकुलम एंड राइबोसोम्स आर रिस्पॉन्सिबल फॉर प्रोटीन सिंथेसिस ਦੇ ਲਈ ਰਾਈਬੋਸੋਮਸ ਰਿਸਪੌਂਸਿਬਲ ਹੈ। ਤੇ ਜਿਹੜਾ ਸਮੂਥ एंडोप्लाज्मिक रेटिकुलम ਹੈਗਾ ਆ ਉਹਦੇ ਤੋਂ ਲਿਪਿਡ ਦੀ ਸਿੰਥੇਸਿਸ ਹੋਏਗੀ, एंड रफ एंडोप्लाज्मिक रेटिकुलम ते प्रोटीन्स राइबोसोम्स प्रेजेंट हैगे हैं, एंड राइबोसोम्स आर रिस्पॉन्सिबल फॉर प्रोटीन सिंथेसिस। सो स्टूडेंट्स यूकैरियोट्स दे विच की हुंदा है? न्यूक्लियस दे विच डबल स्ट्रैंडेड डीएनए प्रेजेंट हुंदा हैगा या, इस करके जिहड़ी ट्रांसक्रिप्शन प्रोसैस हैगी आ दैट टेक्स प्लेस इन द न्यूक्लियस, ठीक है। यूकैरियोटिक ट्रांसक्रिप्शन कित्थे हो रही है? न्यूक्लियस दे विच हो रही है। ਜਦੋਂ ਡਬਲ ਸਟੈਂਡਰਡ ਡੀਐਨਏ ਜਿਹੜਾ ਹੈਗਾ ਆ ਆਰਐਨਏ ਦੇ ਵਿੱਚ ਟਰਾਂਸਫਾਰਮ ਹੁੰਦਾ ਹੈ,
ठीक है। एक तो पहला पॉइंट की हो गया कि ट्रांसक्रिप्शन प्रोसेस कितने हो रही है, ट्रांसक्रिप्शन प्रोसेस इज टेकिंग प्लेस इन द न्यूक्लियस। ਤੇ ਸੈਕੰਡ ਪੁਆਇੰਟ ਕੀ ਹੈਗਾ ਆ, 3 ਐਂਜ਼ਾਈਮਸ ਜਿਹੜੇ ਹੈਗੇ ਆ ਉਹ ਟ੍ਰਾਂਸਕ੍ਰਿਪਸ਼ਨ ਪ੍ਰੋਸੈਸ ਦੇ ਲਈ ਰਿਸਪੌਂਸਿਬਲ ਹੈ ਇਨ ਯੂਕੈਰੀਓਟਸ। ਕਿਹੜੇ ਕਿਹੜੇ? ਆਰਐਨਏ ਪੋਲੀਮਰੇਜ਼ 1, RNA polymerase 2, and RNA polymerase 3. These 3 enzymes are responsible for transcription process in eukaryotes. ठीक है। प्रोकैरियोट्स ਦੇ ਵਿੱਚ ਸਿਰਫ ਇੱਕ ਹੀ ਐਂਜ਼ਾਈਮ ਰਿਸਪੌਂਸਿਬਲ ਸੀ RNA polymerase, ਉਹੀ ਅੱਗੇ ਜਿਹੜਾ ਹੈਗਾ ਆ RNA ਦੀ ਫਾਰਮੇਸ਼ਨ ਕਰ ਦਿੰਦਾ। ਪਰ in eukaryotes 3 types of RNA polymerase enzymes are present, RNA polymerase 1, 2 and 3। ਇਹ ਜਿਹੜੇ ਤਿੰਨੋਂ RNA polymerase ਹੈਗੇ ਆ ਇਹ ਅੱਗੇ ਜਾ ਕੇ ਇਹਨਾਂ ਦੇ ਅਲੱਗ-ਅਲੱਗ ਫੰਕਸ਼ਨਸ ਹੈਗੇ ਆ। RNA polymerase enzyme ਜਿਹੜਾ ਹੈਗਾ ਆ, ਠੀਕ ਹੈ, ਉਹ ਕੀ ਕਰਦਾ ਹੈਗਾ ਆ, ਰਾਈਬੋਸੋਮਲ RNA, राइबोसोमल आर का मतलब राइबोसोमल आरएनए की फॉर्मेशन करेगा, आरएनए पॉलीमरेज 2 मैसेंजर आरएनए की फॉर्मेशन करेगा ते आरएनए 3 जड़ा है वो ट्रांसफर आरएनए की फॉर्मेशन करेगा। आर राइबोसोमल, एम मैसेंजर, एन टी ट्रांसफर। आर मींस राइबोसोमल, M messenger and T transfer. Okay students, in prokaryotes 3 type of RNA polymerase are present। RNA polymerase 1 ribosomal RNA की formation करेगा, RNA polymerase 2 messenger RNA की formation करेगा and RNA polymerase 3 transfer RNA की formation करेगा। हम students इनको याद करने का simple तरीका RMT याद कर लो। RMT, R RNA polymerase 1, 2, 3 इस तरह याद कर लो, तो फिर याद हो जाएगा। ठीक है। RNA polymerase 1 R दी फॉर्मेशन करदा, rRNA, 2 मैसेंजर RNA ते 3 जड़ा है वो ट्रांसफर RNA। RMT जेड़ा राइबोसोमल RNA हैगा या, Ribosomal RNA is also known as 23S RNA, messenger RNA is also known as heterogeneous HN RNA, heterogeneous nuclear RNA, or also known as SN RNA, and transfer RNA is also known as sRNA। स्टूडेंट तुसी ये पॉइंट्स लिख सकते हो। राइबोसोमल RNA is also known as 23S RNA, messenger RNA is known as HN RNA। ये याद रखना क्योंकि ये बारे ਅਸੀਂ डिस्कस कर रहे हैं ਹੁਣ ਅੱਗੇ। ठीक है। यूकैरियोट्स से ਜਿਹੜਾ messenger RNA बनेगा ਉਹਨੂੰ ਪਹਿਲਾਂ HN RNA ਕਹਿੰਦੇ। यूकैरियोट्स ਵਿੱਚ ਜਿਹੜਾ messenger RNA ਬਣਦਾ ਉਹਨੂੰ ਪਹਿਲਾਂ HN RNA ਕਹਿੰਦੇ ਆ, heterogeneous न्यूक्लियर आरएनए। हुण हेट्रोजीनियस का मतलब हेट्रो मींस की हुंदा, डिफरेंट हुंदा या। क्यों असीं इनू हेट्रोजीनियस कहंदे हैगे आ, क्योंकि जेड़ा आरएनए बनेगा पहला वो हेट्रोजीनियस हुंदा या, क्योंकि उहदे विच 2 टाइप्स ऑफ सीक्वेंसेस हुंदे। ठीक है स्टूडेंट। जेड़ा आरएनए मैसेंजर आरएनए यूकैरियोट्स विच बनदा या उहनू हेट्रोजीनियस न्यूक्लियर आरएनए कहंदे आ। क्यों कहते हैं? क्योंकि ਉਹਦੇ ਵਿੱਚ 2 टाइप्स ऑफ सीक्वेंसेस ਹੁੰਦੇ ਆ। ਕਿਹੜੇ ਹੁੰਦੇ ਆ सीक्वेंसेस? ਜਿਵੇਂ ਇਹ ਮੈਂ ਮੈਸੇਂਜਰ ਆਰਐਨਏ ਡਰਾ ਕੀਤਾ ਹੈਗਾ ਆ, ਇਹਦੇ ਵਿੱਚ 2 टाइप्स ऑफ सीक्वेंसेस ਹੁੰਦੇ ਆ। ठीक है। दिस इज HNRNA। 2 टाइप्स ऑफ सीक्वेंसेस ਕਿਹੜੇ ਹੋ ਗਏ? ए वाले जड़े हैगे आ इंट्रॉन्स and these are exons।
स्टूडेंट्स ਜਿਹੜੇ ਇੰਟਰॉन्स ਹੁੰਦੇ ਉਹ ਕੀ ਹੁੰਦੇ ਨॉन ਕੋਡਿੰਗ ਸੀਕੁਐਂसेस पोलैरिटी लिखनी ना भूलियो मैसेंजर आरएनए की फॉर्मेशन कित्थों होंदी है फ्रॉम 5 प्राइम टू 3 प्राइम एंड ठीक है और जेड़ा मैसेंजर आरएनए यूकैरियोट्स विच बनदा है उहनूं पहला हेट्रोजीनियस आरएनए कहंदे आ क्योंकि उहदे विच टू टाइप ऑफ सीक्वेंसेस हुंदे आ एक्सॉन एंड इंट्रॉन्स जेड़े इंट्रॉन्स हैगे आ ये कुछ अजिहे सीक्वेंसेस हुंदे आ जेड़े आरएनए दी कोड नहीं करदे ठीक है हेट्रोजीनियस न्यूक्लियर आरएनए ते कुछ अजिहे सीक्वेंसेस हुंदे हैगे जो कोड नहीं करते किसी भी प्रोटीन दे लई इसलिए उन्होंने की कहते हैं इंट्रॉन्स कहते हैं ठीक है और जेडे सीक्वेंसेस कोड करते हैं उन्होंने एक्सॉन कहते हैं हुण जेडे इंट्रॉन्स है नॉन कोडिंग सीक्वेंसेस हैगे आ इन्हां दा फिर की जरूरत हैगी आ इन्हां नूं क्यों असीं आरएनए ते रखीए जे इन्हां दी कोई लोड़ ही नहीं है ये किसी दे लई कोड ही नहीं करते हैगे आ सो हेट्रोजीनियस आरएनए दे विच एक प्रोसैसिंग शुरू हो जाती है ट्रांसक्रिप्शन तो बाद ठीक है उहदे विच कुछ मॉडिफिकेशनस कीतियां जांदियां जिन्हां नूं पोस्ट ट्रांसक्रिप्शन मॉडिफिकेशन कहंदे हैगे जिहड़ियां प्रोकैरियोटिक ट्रांसक्रिप्शन च नहीं सीगियां उहदे विच जिहड़ा आरएनए बनया वो डायरैक्टली ट्रांसलेशन च पार्टिसिपेट कर दिंदा है पर इहदे विच जिहड़ा आरएनए बनदा है वो हेट्रोजीनियस न्यूक्लियर आरएनए है ਉਹਦੇ ਵਿੱਚ ਕੁਝ ਅਜਿਹੇ ਸੀਕੁਐਂਸਸ ਹੁੰਦੇ ਆ ਜਿਨ੍ਹਾਂ ਨੂੰ ਇੰਟਰॉन्स ਕਹਿੰਦੇ ਆ ਨॉन ਕੋਡਿੰਗ ਸੀਕੁਐਂਸਸ ਜਿਹੜੇ ਕਿਸੇ ਲਈ ਕੋਡ ਨਹੀਂ ਕਰਦੇ ਫਿਰ ਉਹਨਾਂ ਦੀ ਕੋਈ ਲੋੜ ਨਹੀਂ ਹੈਗੀ ਆ ਇਸ ਕਰਕੇ ਫਿਰ ਉਹਨਾਂ ਨੂੰ ਕੀ ਕੀਤਾ ਜਾਂਦਾ ਆ ਇੱਕ ਪ੍ਰੋਸੀਜਰ ਹੁੰਦਾ ਆ ਜਿਹਨੂੰ ਕਹਿੰਦੇ ਆ ਸਪਲਾਈਸਿੰਗ ਉਸ ਸਪਲਾਈਸਿੰਗ ਪ੍ਰੋਸੀਜਰ ਦੇ ਨਾਲ ਜਿਹੜੇ ਇੰਟਰॉन्स ਹੈ ਨॉन ਕੋਡਿੰਗ ਸੀਕੁਐਂਸਸ ਹੈਗੀਆਂ ਉਹਨਾਂ ਨੂੰ ਰਿਮੂਵ ਕੀਤਾ ਜਾਂਦਾ ਹੈਗਾ ਆ that process is known as splicing ठीक है इंट्रॉन्स ਨੂੰ और केड़ा एंजाइम रिस्पॉन्सिबल हैगा या फॉर स्प्लाइसिंग दैट एंजाइम इज नोन एज स्प्लाइसियोसोम स्टूडेंट्स ये क्वेश्चन आया सी नीट दे विच स्प्लाइसियोसोम जेड़ा या एंजाइम केदा विच प्रेजेंट है यूकैरियोट्स विच क्योंकि यूकैरियोट्स च पोस्ट ट्रांसक्रिप्शनल मॉडिफिकेशंस हो रही है इंट्रॉन्स नु रिमूव करन दे लई जेड़े हैगे आ वो स्प्लाइसियोसोम एंजाइम यूज किया जाता स्प्लाइसिंग की जाती हैगी है ये प्रोकैरियोट्स दे विच एब्सेंट है एज देयर इज नो नीड ऑफ स्प्लाइसिंग कोई पोस्ट ट्रांसक्रिप्शनल मॉडिफिकेशंस नहीं हुंदियां हुण की किया जाता है स्प्लाइसिंग दे विच की किया जाता है कि जिद्दां ये जिहड़े नॉन कोडिंग सीक्वेंसेस हैगे इंट्रॉन्स इस तरह बॉल लाइक स्ट्रक्चर बना लेंदे हैं इस तरह ठीक है फिर इन्हां नूं इत्थों जिहड़ा ये इंट्रॉन्स है इन्हां नूं रिमूव कर दिता जाता है 5 प्राइम टू 3 प्राइम एंड रिमूव कर दिता ते ये जड़े ये एक्सॉन्स है एक्सॉन्स नु फिर आपस दे विच जोड़ दिता जाता हैगा या ते इस तरह जड़ा हैगा या आरएनए मैसेंजर आरएनए हैगा या ओदी फॉर्मेशन हो जाती हैगी है ठीक है स्टूडेंट ये तो हो गया स्प्लाइसिंग सेकंड आ गया कैपिंग फर्स्ट इज स्प्लाइसिंग पोस्ट ट्रांसक्रिप्शन मॉडिफिकेशन ਅਸੀਂ डिस्कस कर रहे हैं यूकैरियोट्स स्प्लाइसिंग ਦੇ ਵਿੱਚ ਕੀ ਕੀਤਾ ਵਿਦ ਹੈਲਪ ਆਫ ਐਂਜ਼ਾਈਮ ਸਪਲਾਈਸਿਓਸੋਮ ਜਿਹੜੇ ਹੈਗੇ ਇੰਟਰॉन्स ਨੂੰ ਰਿਮੂਵ ਕਰ ਦਿੱਤਾ ਤੇ ਮੈਸੇਂਜਰ ਆਰਐਨਏ ਬਣ ਗਿਆ ਐਗਜ਼ੌਨਸ ਨੂੰ ਆਪਸ ਦੇ ਵਿੱਚ ਜੋੜ ਦਿੱਤਾ ਸੈਕੰਡ ਆ ਗਿਆ ਕੈਪਿੰਗ ਕੈਪਿੰਗ ਵਿੱਚ ਕੀ ਕੀਤਾ ਜਾਂਦਾ ਹੈਗਾ ਸਟੂਡੈਂਟ ਜਿਹੜਾ ਮੈਸੇਂਜਰ ਆਰਐਨਏ ਹੁਣ ਬਣਿਆ ਜਿਨ੍ਹਾਂ ਵਿੱਚੋਂ ਇੰਟਰॉन्स ਨੂੰ ਰਿਮੂਵ ਕਰ ਦਿੱਤਾ ਠੀਕ ਹੈ this is 5 prime end this is 3 prime end ਤਾਂ ਕੀ ਹੁੰਦਾ 5 prime end ਤੇ ਮਿਥਾਈਲੇਟਡ ਗੋਨੋਸਾਈਨ ਟ੍ਰਾਈਫਾਸਫੇਟ MGPPP M तो मिथाइलेटेड G तो गोनोसाइन A ट्राइफॉस्फेट मिथाइलेटेड गोनोसाइन ट्राइफॉस्फेट जड़ा हैगा या उन्होंने 5 प्राइम एंड वाल ऐड किया जाता है क्योंकि स्टूडेंट्स असी पहले डिस्कस कर चुके हैं कि डीएनए तो स्टेबल है पर जो आरएनए होंदा है वो स्टेबल नहीं होंदा वो रिएक्टिव होंदा है ਉਹਦੇ ਵਿੱਚ ਇੱਕ ਤਾਂ OH ਗਰੁੱਪ ਹੁੰਦਾ ਦੂਸਰਾ ਉਹਦੇ ਵਿੱਚ ਯੂਰਾਸਿਲ ਹੈ ਯੂਰਾਸਿਲ ਵਿੱਚ ਮਿਥਾਈਲ ਗਰੁੱਪ ਐਬਸੈਂਟ ਹੁੰਦਾ ਹੈ
ਤੇ ਫਿਰ ਕੀ ਹੁੰਦਾ ਹੈ ਕਿ ਆਰਐਨਏ ਜਿਹੜਾ ਆ ਉਹ ਰਿਐਕਟਿਵ ਹੈਗਾ ਆ, ਉਹਦੇ ਵਿੱਚ ਮਿਊਟੇਸ਼ਨ ਰੇਟ ਬਹੁਤ ਫਾਸਟਰ ਹੁੰਦੀ ਹੈਗੀ ਹੈ ਤੇ ਡਿਊ ਟੂ ਦਾ ਪ੍ਰੈਜ਼ੈਂਸ ਆਫ ਯੂਰਾਸਿਨ, ਇਸ ਕਰਕੇ ਆਰਐਨਏ ਦੀ ਮਿਊਟੇਸ਼ਨ ਇਸ ਤੋਂ ਪਹਿਲਾਂ ਕਿ ਆਰਐਨਏ ਦੀ ਮਿਊਟੇਸ਼ਨ ਹੋ ਜਾਵੇ ਤਾਂ ਉਸ ਦੇ ਮਿਊਟੇਸ਼ਨ ਰੇਟ ਨੂੰ ਘੱਟ ਕਰਨ ਲਈ ਉਹਦੀ ਮਿਥਾਈਲੇਸ਼ਨ ਕੀਤੀ ਜਾਂਦੀ ਹੈ, ਯਾਨੀ ਕਿ ਮਿਥਾਈਲੇਟਿਡ ਗੋਨੋਸਾਈਨ ਟ੍ਰਾਈਫਾਸਫੇਟ ਜਿਹੜਾ ਆ ਉਹ 5 ਪ੍ਰਾਈਮ ਐਂਡ ਵੱਲ ਐਡ ਕੀਤਾ ਜਾਂਦਾ ਹੈ ਟੂ ਰਿਡਿਊਸ ਦਾ ਰੇਟ ਆਫ ਮਿਊਟੇਸ਼ਨ। ਐਂਡ ਥਰਡ ਕੀ ਹੈਗਾ ਪੋਸਟ ਟ੍ਰਾਂਸਕ੍ਰਿਪਸ਼ਨਲ ਪ੍ਰੋਸੈਸ, ਥਰਡ ਇਜ਼ addition of polytail, addition of polytail, polytail means ਕੀ ਹੈਗਾ ਯਾਰ ਕਿ 3 prime end ਤੇ polytail means sequence of approximately 200 adenine, ਠੀਕ ਹੈ। ਤਾਂ 3 prime end ਤੇ ਕੀ ਕੀਤਾ ਜਾਂਦਾ ਹੈਗਾ ਆ ਕਿ ਪੋਲੀ ਏ ਜਿਹੜਾ ਹੈਗਾ ਆ ਉਹਦੀ ਐਡੀਸ਼ਨ ਪੋਲੀ ਏ ਟੇਲ ਕੀ ਹੈਗੀ ਸੀਕੁਐਂਸ ਆਫ ਅਪਰੋਕਸੀਮੇਟਲੀ 200 ਐਡੇਨਿਨ ਹੈ, ਉਹਨਾਂ ਦੀ 3 ਪ੍ਰਾਈਮ ਐਂਡ ਤੇ ਮੈਸੇਂਜਰ ਆਰਐਨਏ ਦੇ 3 ਪ੍ਰਾਈਮ ਐਂਡ ਤੇ ਉਹਨਾਂ ਦੀ ਐਡੀਸ਼ਨ ਕਰ ਦਿੱਤੀ ਜਾਂਦੀ ਹੈਗੀ ਹੈ, ਠੀਕ ਹੈ। ਸੋ ਸਟੂਡੈਂਟਸ ਇਹ 3 ਸਟੈਪਸ ਸੀ ਸਪਲਾਈਸਿੰਗ, ਕੈਪਿੰਗ ਐਂਡ ਟੇਲਿੰਗ ਜਿਹੜੇ ਪੋਸਟ ਟ੍ਰਾਂਸਕ੍ਰਿਪਸ਼ਨ ਮੋਡੀਫਿਕੇਸ਼ਨਸ ਹੈਗੀ ਯੂਕੈਰੀਓਟਿਕਸ ਦੇ ਵਿੱਚ ਯੂਕੈਰੀਓਟਿਕ ਟ੍ਰਾਂਸਕ੍ਰਿਪਸ਼ਨ ਚ ਹੁੰਦੀ ਹੈ। ਹੁਣ ਇਹ ਸਾਰੀ ਪ੍ਰੋਸੈਸ ਕਿੱਥੇ ਹੋ ਰਹੀ ਹੈ, ਨਿਊਕਲੀਅਸ ਦੇ ਵਿੱਚ ਹੋ ਰਹੀ ਹੈ, ਪਰ ਪ੍ਰੋਟੀਨ ਸਿੰਥੇਸਿਸ ਪ੍ਰੋਸੈਸ ਜਿਹੜੀ ਹੈਗੀ ਆ that will take place in the rough endoplasmic reticulum। ਸੋ ਆਰਐਨਏ ਨੂੰ ਨਿਊਕਲੀਅਸ ਤੋਂ ਬਾਹਰ ਲਿਆਉਣ ਦੇ ਲਈ ਪੋਲੀ ਏ ਟੇਲ ਜਿਹੜੀ ਹੈਗੀ ਆ that is added to the 3 prime end ਤਾਂ ਕਿ ਜਿਹੜਾ ਮੈਚੁਰ ਮੈਸੇਂਜਰ ਆਰਐਨਏ ਹੈਗਾ ਆ ਉਹ ਨਿਊਕਲੀਅਸ ਤੋਂ ਬਾਹਰ ਉਹਨੂੰ ਟ੍ਰਾਂਸਪੋਰਟ ਕੀਤਾ ਜਾਵੇ। ਕਿਉਂ ਪੋਲੀ ਏ ਟੇਲ ਦੀ ਐਡੀਸ਼ਨ ਐਟ 3 ਪ੍ਰਾਈਮ ਐਂਡ ਕੀਤੀ ਜਾਂਦੀ ਹੈ, ਕਿਉਂਕਿ ਮੈਸੇਂਜਰ ਆਰਐਨਏ ਜਿਹੜਾ ਉਹ ਡੀਐਨਏ ਤੋਂ ਨਿਊਕਲੀਅਸ ਦੇ ਵਿੱਚ ਬਣ ਗਿਆ। ਹੁਣ ਅੱਗੇ ਜਿਹੜੀ ਟ੍ਰਾਂਸਲੇਸ਼ਨ ਪ੍ਰੋਸੈਸ ਹੈ, ਪ੍ਰੋਟੀਨ ਸਿੰਥੇਸਿਸ ਪ੍ਰੋਸੈਸ ਹੈਗੀ ਉਹ ਕਿੱਥੇ ਹੋਣੀ ਹੈ, ਉਹ ਸਾਈਟੋਪਲਾਜ਼ਮ 'ਚ ਹੋਣੀ ਹੈ ਤੇ ਨਿਊਕਲੀਅਸ ਤੋਂ ਮੈਸੇਂਜਰ ਆਰਐਨਏ ਨੂੰ ਬਾਹਰ ਕੌਣ ਕੱਢਦਾ ਆ, ਉਹ ਤਾਂ ਕਰਕੇ ਪੋਲੀ ਏ ਟੇਲ ਦੀ ਐਡੀਸ਼ਨ ਕੀਤੀ ਜਾਂਦੀ ਹੈਗੀ ਆ ਸੋ ਐਸ ਟੂ ਟ੍ਰਾਂਸਪੋਰਟ ਦਾ ਮੈਸੇਂਜਰ ਆਰਐਨਏ ਆਊਟ ਆਫ ਦਾ ਨਿਊਕਲੀਅਸ ਇਨਟੂ ਦਾ ਸਾਈਟੋਪਲਾਜ਼ਮ। ਸੋ ਸਟੂਡੈਂਟਸ ਇਹ ਪ੍ਰੋਕੈਰੀਓਟਿਕ ਤੇ ਯੂਕੈਰੀਓਟਿਕ ਟ੍ਰਾਂਸਕ੍ਰਿਪਸ਼ਨ ਸੀ। ਹੁਣ ਤੁਸੀਂ ਇਹਨਾਂ ਦੇ ਵਿੱਚ ਆਸਾਨੀ ਦੇ ਨਾਲ ਡਿਫਰੈਂਸ ਕਰ ਸਕਦੇ ਹੋ ਪ੍ਰੋਕੈਰੀਓਟਿਕ ਟ੍ਰਾਂਸਕ੍ਰਿਪਸ਼ਨ ਐਂਡ ਯੂਕੈਰੀਓਟਿਕ ਟ੍ਰਾਂਸਕ੍ਰਿਪਸ਼ਨ। ਪ੍ਰੋਕੈਰੀਓਟਿਕ ਟ੍ਰਾਂਸਕ੍ਰਿਪਸ਼ਨ ਟੇਕਸ ਪਲੇਸ ਇਨ ਦਾ ਸਾਈਟੋਪਲਾਜ਼ਮ ਕਿਉਂਕਿ ਵੈਲ ਡਿਫਾਈਨਡ ਨਿਊਕਲੀਅਸ ਤਾਂ ਐਬਸੈਂਟ ਹੈ ਉਹਦੇ ਵਿੱਚ, ਤੇ ਯੂਕੈਰੀਓਟਿਕ ਟ੍ਰਾਂਸਕ੍ਰਿਪਸ਼ਨ ਟੇਕਸ ਪਲੇਸ ਇਨ ਦਾ ਨਿਊਕਲੀਅਸ। ਔਰ ਪ੍ਰੋਕੈਰੀਓਟਿਕ ਟ੍ਰਾਂਸਕ੍ਰਿਪਸ਼ਨ 'ਚ ਸਿਰਫ ਇੱਕ ਐਂਜ਼ਾਈਮ ਰਿਸਪੌਂਸੀਬਲ ਹੁੰਦਾ ਹੈਗਾ ਜਾਂ ਆਰਐਨਏ ਪੋਲੀਮਰੇਜ਼ ਐਂਡ 3 types of enzymes are responsible for eukaryotic transcription, RNA polymerase 1, RNA polymerase 2, RNA polymerase 3। ਤੇ prokaryotic transcription ਚ ਕੀ ਹੁੰਦਾ, no post transcriptional modification takes place, ਠੀਕ ਹੈ। ਕਿਉਂ ਨਹੀਂ ਹੁੰਦੀ ਹੈ, ਕਿਉਂਕਿ ਜੋ RNA ਬਣਿਆ ਹੈਗਾ ਆ ਉਹਨੇ ਡਾਇਰੈਕਟਲੀ ਹੀ ਟ੍ਰਾਂਸਲੇਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਲੈਣਾ ਹੈਗਾ ਆ। ਔਰ ਪਰ ਯੂਕੈਰੀਓਟਿਕ ਟ੍ਰਾਂਸਕ੍ਰਿਪਸ਼ਨ ਚ ਕੀ ਹੁੰਦਾ, ਪੋਸਟ ਟ੍ਰਾਂਸਕ੍ਰਿਪਸ਼ਨ ਮੋਡੀਫਿਕੇਸ਼ਨਸ ਹੁੰਦੀਆਂ ਆ ਕਿਉਂਕਿ ਉਹਦੇ ਵਿੱਚ 2 ਤਰ੍ਹਾਂ ਦੇ ਮੈਸੇਂਜਰ ਆਰਐਨਏ ਦੇ ਵੀ ਸੀਕੁਐਂਸ ਹੁੰਦੇ ਹੈਗੇ ਆ, ਕੋਡਿੰਗ ਐਂਡ ਨਾਨ ਕੋਡਿੰਗ। ਤੇ ਨਾਨ ਕੋਡਿੰਗ ਸੀਕੁਐਂਸਿਸ ਨੋਨ ਐਜ਼ ਇੰਟਰੋਨਸ, ਉਹਨਾਂ ਨੂੰ ਰਿਮੂਵ ਕਰਨ ਦੇ ਲਈ ਉਹਨਾਂ ਦੀ ਸਪਲਾਈਸਿੰਗ ਕੀਤੀ ਜਾਂਦੀ ਹੈ, ਦੈਨ ਕੈਪਿੰਗ ਐਂਡ ਟੇਲਿੰਗ। ਇਹ ਪੋਸਟ ਟ੍ਰਾਂਸਕ੍ਰਿਪਸ਼ਨਲ ਮੋਡੀਫਿਕੇਸ਼ਨਸ ਆ ਜਿਹੜੀਆਂ ਯੂਕੈਰੀਓਟਿਕ ਟ੍ਰਾਂਸਕ੍ਰਿਪਸ਼ਨ ਚ ਹੁੰਦੀਆਂ ਆ। ਐਂਡ ਫੋਰਥ ਡਿਫਰੈਂਸ ਕੀ ਹੋ ਗਿਆ ਕਿ ਟ੍ਰਾਂਸਕ੍ਰਿਪਸ਼ਨ ਐਂਡ ਟ੍ਰਾਂਸਲੇਸ਼ਨ ਦੇ ਅਕਰ ਸਾਈਮultaneously ਇਨ ਦਾ ਪ੍ਰੋਕੈਰੀਓਟਸ, ਠੀਕ ਹੈ। ਪਰ ਯੂਕੈਰੀਓਟਸ ਦੇ ਵਿੱਚ ਕੀ ਹੁੰਦਾ ਆ, ਟ੍ਰਾਂਸਕ੍ਰਿਪਸ਼ਨ ਖਤਮ ਹੁੰਦੀ ਆ, ਉਸ ਤੋਂ ਬਾਅਦ ਟ੍ਰਾਂਸਲੇਸ਼ਨ ਪ੍ਰੋਸੈਸ ਸਟਾਰਟ ਹੁੰਦੀ ਆ। ਸੋ ਸਟੂਡੈਂਟਸ ਇਹ ਸਾਰਾ ਕੁਝ ਸੀਗਾ। ਹੁਣ ਇੱਕ ਮੈਂ ਛੋਟੀ ਜਿਹੀ ਵੀਡੀਓ ਪਲੇ ਕਰਨ ਲੱਗੀ ਹਾਂ ਜਿਹਦੇ ਨਾਲ ਤੁਹਾਨੂੰ ਇਹ ਪ੍ਰੋਸੈਸ ਜਿਹੜੀ ਆ ਬਹੁਤ ਕਲੀਅਰ ਹੋ ਜਾਏਗੀ। ਸੋ ਇਹਨੂੰ ਧਿਆਨ ਨਾਲ ਦੇਖੋ। Transcription is the first step in the expression of a gene. It is the formation of a specific RNA sequence from a specific DNA sequence. Transcription initiation occurs at a promoter, a region on the DNA, where RNA polymerase binds. RNA polymerase attaches to the promoter and begins to unwind the DNA. At the initiation site, the polymerase begins reading the DNA template strand and building a complementary RNA strand from free nucleoside triphosphates. The RNA strand grows by the addition of these substrate molecules to its 3' end,
This is the elongation phase of transcription. Note that the bases in the nucleotides of the RNA strand form pairs with the bases in the DNA strand. Also, note that the RNA nucleotides contain the sugar ribose, which has a 2' hydroxyl group, whereas the DNA nucleotides contain the sugar deoxyribose, which lacks this hydroxyl group. RNA polymerase functions similarly to DNA polymerase. It adds nucleotides to the 3' hydroxyl group of the last nucleotide. The DNA double helix rewinds as the RNA polymerase moves through. Like the unwinding, the rewinding is an energy-requiring process that is accomplished by RNA polymerase. When RNA polymerase reaches the termination site, the RNA transcript is released from the template. The DNA rewinds completely, and the RNA polymerase dissociates from it. The DNA and RNA polymerase can then participate in other rounds of transcription. ਸੋ ਸਟੂਡੈਂਟਸ, ਇਹ ਤੁਸੀਂ ਜਿਹੜੀ ਵੀਡੀਓ ਦੇਖੀ ਹੈ ਇਹਦੇ ਤੋਂ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕਿ ਆਰਐਨਏ ਪੋਲੀਮਰੇਜ਼ ਜਦੋਂ ਪ੍ਰੋਮੋਟਰ ਰੀਜਨ ਤੇ ਆ ਕੇ ਬਾਈਂਡ ਕਰਦਾ ਆ ਤੇ ਉਹ ਡੀਐਨਏ ਦੀ ਅਨਵਾਈਂਡਿੰਗ ਕਰਦਾ ਜਾਂਦਾ ਹੈਗਾ ਆ ਤੇ ਅੱਗੇ ਅੱਗੇ ਜਿਹੜਾ ਹੈਗਾ ਆ ਜਦੋਂ ਮੂਵ ਕਰਦਾ ਆ ਤੇ ਜੋ ਟੈਂਪਲੇਟ ਸਟੈਂਡ ਤੇ ਸੀਕੁਐਂਸ ਹੁੰਦੇ ਨਿਊਕਲੀਓਟਾਈਡ ਦੇ ਉਹਦੇ ਹੀ ਕੰਪਲੀਮੈਂਟਰੀ ਆਰਐਨਏ ਜਿਹੜਾ ਹੈਗਾ ਆ ਉਹਦੇ ਵਿੱਚ ਉਹ ਰਾਈਬੋਨਿਊਕਲੀਓਟਾਈਡਸ ਆ ਕੇ 3' ਐਂਡ ਤੋਂ ਜੁੜਦੇ ਜਾਂਦੇ ਹੈਗੇ ਆ ਤੇ ਮੈਸੇਂਜਰ ਆਰਐਨਏ ਦੀ ਫਾਰਮੇਸ਼ਨ ਹੁੰਦੀ ਜਾਂਦੀ ਹੈ ਤੇ ਜਦੋਂ ਆਰਐਨਏ ਪੋਲੀਮਰੇਜ਼ ਅੱਗੇ ਜਾ ਕੇ ਟਰਮੀਨੇਟਰ ਰੀਜਨ ਤੱਕ ਪਹੁੰਚਦਾ ਹੈ ਤੇ ਉੱਥੇ ਜਿਹੜੀ ਟ੍ਰਾਂਸਕ੍ਰਿਪਸ਼ਨ ਪ੍ਰੋਸੈਸ ਹੈਗੀ ਆ ਉਹ ਟਰਮੀਨੇਟ ਹੋ ਜਾਂਦੀ ਹੈ, ਸਟਾਪ ਹੋ ਜਾਂਦੀ ਹੈ। ਸੋ ਆਈ ਹੋਪ ਸਟੂਡੈਂਟਸ ਤੁਹਾਨੂੰ ਅੱਜ ਦਾ ਲੈਕਚਰ ਕਲੀਅਰ ਹੋ ਗਿਆ ਹੋਵੇ। ਥੈਂਕ ਯੂ ਸੋ ਮਚ ਫॉर ਵਾਚਿੰਗ।